उच्चार सकिए। आप संगत बख्शो असीस बा अदब बा सत्कार। सहबानू चुकाओ शीस उच्चारण करो जी। सतनाम श्री सतनाम श्री। सब सच्चे पातशाह जी बख्शिश करते ने। सतगुर की सेवा गखड़ी सिर दीजा आप गवाए। शब्द मिलै ता हर मिलै सेवा पवै सब थाए। पारस परस अपारस होए ज्योति ज्योत समाए। जिनको पूरब लिखिया तिन सतगुर मिलिया आए। सब सच्चे पातशाह जी बख्शिश कर देने। सतगुरु की सेवा गाखड़ी। गाखड़ी कहते ने जी औखी। सतगुरु की सेवा जिहड़ी है वो बड़ी औखी है। क्योंकि इसलिए मेरे सतगुरु जी कहते औखी क्यों है? क्योंकि सिर दीजै आप गवाए। अपना सिर देना पैंदा है ते अपना आपा गवाना पैंदा। सतगुरु की सेवा करन लई अपना सिर देना पैंदा है, अपना आपा गवाना पैंदा है। तां किते जाके सतगुरु की ये सेवा प्राप्त हुंदी है। सेवा करन लई तैयार हाँ पर सिर देण लई तैयार नहीं। सिੱਖੀ ਦਾ ਮੁੱਢਲਾ ਸਿਧਾਂਤ ਜਦੋਂ ਪੜੋਗੇ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸ਼ਲੋਕ 12 ਦੇ ਵਧੀਕ ਦੇ ਅੰਦਰ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿ ਸਿੱਖੀ ਦੇ ਸਕੂਲ ਵਿੱਚ ਦੇ ਦਾਖਲਾ ਲੈਣਾ ਨਾ ਸਭ ਤੋਂ ਪਹਿਲਾ ਕੰਮ ਕੀ ਮੇਰੇ ਸਤਿਗੁਰਾਂ ਨੇ ਕਿਹਾ ਇਹ ਕਰਨਾ ਕੀ। जे तू चाहना कि मैं ये प्रेम वाली खेड नूं खेडां क्योंकि सतगुरां नाल प्रेम करना है, सतगुरां दे दर घर दी सेवा करनी है, ते फिर तू ढिला हो के ना आवीं, इत्थे अपने आप नूं तैयार करके आवीं। क्योंकि सिੱਖੀ दे स्कूल विच दाखला लैना है ते सब तो पहला मेरे सतगुरु जी कहते जो तो प्रेम खिलन का चाओ सिर तर तली गली मेरी आओ। जे इत्थे आउणा चाहुंदा है इस प्रेम दी गली विचों दी लंघना चाहुंदा है, खेडना चाहुंदा है खेड ते सब सच्चे पातशाह जी कहते अपने सिर नूं अपनी तली ते टिका के आवीं। मतलब इस सिर की कदों भी लोड़ पै सकती है। इस स्कूल विच दाखला लैण तो पहला की सतगुरां ने दस दिता जिवें किसी भी स्कूल विच कोई बच्चे की एडमिशन कराउण जांदे हो ते अगला पहला दस दिंदा इहदी ड्रैस आ है, इहदियां किताबां आ ने, इहदा सिलेबस आ है, पहला दस दिंदा। ਇਹਦੀ ਐਡਮਿਸ਼ਨ फीस नहीं लगेगी, ਇਹਦਾ ਮੰਥਲੀ ਖਰਚਾ ਇੰਨਾ ਹੋਵੇਗਾ। ਪ੍ਰੋਪਰਲੀ ਸਾਨੂੰ ਪਹਿਲਾਂ ਹੀ ਦੱਸ ਦਿੰਦਾ ਸਕੂਲ ਵਿੱਚ ਜਦੋਂ ਬੱਚੇ ਨੂੰ ਆਪਾਂ ਐਡਮਿਸ਼ਨ ਕਰਾਉਣ ਲਈ ਲੈ ਕੇ ਜਾਂਦੇ। ਸਕੂਲ ਦੇ ਅਸੂਲ ਕੀ ਨੇ, ਕਿੰਨੇ ਵਜੇ ਸਕੂਲ ਲੱਗੇਗਾ, ਡਿਸਪਲਿਨ ਵਿੱਚ ਕਿਸ ਤਰੀਕੇ ਨਾਲ ਰਹਿਣਾ, ਇਹ ਚੀਜ਼ਾਂ ਸਭ ਤੋਂ ਪਹਿਲਾਂ ਦੱਸ ਦਿੱਤੀਆਂ ਜਾਂਦੀਆਂ।
ਇੱਕ ਬੱਚੇ ਨੂੰ ਸਕੂਲ ਲਿਜਾਣ ਲੱਗਿਆਂ ਇਹ ਸਾਰੀਆਂ ਚੀਜ਼ਾਂ ਐਡਮਿਸ਼ਨ ਕਰਾਉਣ ਲੱਗਿਆਂ ਪਹਿਲਾਂ ਦੱਸੀਆਂ ਜਾਂਦੀਆਂ। ਤੇ ਮੇਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੀ ਪਹਿਲਾਂ ਹੀ ਦੱਸ ਗਏ, ਹਜੇ ਕਿਸੇ ਸਿਰ ਦੀ ਲੋੜ ਨਹੀਂ ਪਈ, ਹਜੇ ਕੋਈ ਜੰਗ ਯੁੱਧ ਨਹੀਂ ਹੋਇਆ। ਜੇ ਗੁਰੂ ਨਾਨਕ ਸਾਹਿਬ ਦੇ ਵਕਤ ਦੇ ਸ਼ਹੀਦ ਨੂੰ ਮੰਨੀਏ ਤੇ ਇੱਕ ਸ਼ਹੀਦ ਗਏ ਸਿੱਖ ਜਿਹਦਾ ਨਾਂ ਹੈ ਭਾਈ ਤਾਰੂ ਪੋਪਟ, ਸਿਰਫ ਉਹ ਸ਼ਹੀਦ ਹੋਇਆ ਬਾਬਰ ਦੇ ਜੰਗ ਯੁੱਧਾਂ ਦੇ ਵਿੱਚ, ਬਾਬਰ ਤੇ ਹਮਲਾ ਕਰਨ ਕਰਕੇ। ਪਰ ਸਤਿਗੁਰੂ ਜੀ ਇਹ ਪਹਿਲਾਂ ਲਿਖ ਕੇ ਸ਼ਲੋਕਵਾਰਾਂ ਦੇ ਵਧੀਕ ਦੇ ਅੰਦਰ, ਹੁਣ ਉਸ ਵਕਤ ਤੇ ਕੋਈ ਜੰਗ ਨਹੀਂ ਸੀ ਹੋ ਰਿਹਾ, ਕੋਈ ਯੁੱਧ ਨਹੀਂ ਸੀ ਹੋ ਰਿਹਾ, ਨਾ ਹੀ ਸਤਿਗੁਰਾਂ ਨੇ ਕੋਈ ਜੰਗ ਯੁੱਧ ਕੀਤਾ। ਪਰ ਸਤਿਗੁਰੂ ਜੀ ਕਹਿ ਕੇ ਵੀ ਜੇ ਇਸ ਸਿੱਖੀ ਦੇ ਸਕੂਲ ਵਿੱਚ ਪਤਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਿੱਥੇ ਸਿਰ ਦੇਣੇ ਪੈਣੇ ਆ, ਇੱਥੇ ਆਪਣਾ ਆਪਾ ਨਿਸ਼ਾਵਰ ਕਰਨਾ ਪੈਣਾ ਹੈ। ਸਤਿਗੁਰੂ ਦੀ ਜਿਹੜੀ ਸੇਵਾ ਹੈ ਉਹ ਬੜੀ ਔਖੀ ਹੈ, ਉਹਦੇ ਲਈ ਆਪਣਾ ਸਿਰ ਵੀ ਦੇਣਾ ਪੈਂਦਾ, ਆਪਣਾ ਆਪਾ ਨਿਸ਼ਾਵਰ ਕਰਨਾ ਪੈਣਾ। ਤਾਂ ਕਰਕੇ ਮੇਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿ ਕੇ ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਸਿਰ ਨੂੰ ਤਲੀ ਤੇ ਟਿਕਾ ਕੇ ਇਸ ਜਗ੍ਹਾ ਤੇ ਆ, ਇਹ ਦੱਸਿਆ ਮਤਾ ਕੋਈ ਭੁਲੇਖਾ ਰਹਿ ਜਾਏ, ਸਤਿਗੁਰਾਂ ਨੇ ਪਹਿਲੇ ਸਮਝਾ ਦਿੱਤਾ। ਸਿਰ ਦੀਜੈ ਕਾਨ ਨਾ ਕੀਜੈ, ਸਤਿਗੁਰੂ ਜੀ ਕਹਿੰਦੇ ਜਦੋਂ ਸਿਰ ਦੇਣ ਦੀ ਕਿਤੇ ਲੋੜ ਪਵੇਗੀ ਉਸ ਟਾਈਮ ਕਿਤੇ ਕੰਨੀ ਨਾ ਕਤਰਾਂਦਾ ਫਿਰੀ, ਬੂਹੇ ਨਾ ਬੰਦ ਕਰ ਲਈ, ਲੋਕ ਲਾ ਕੇ ਅੰਦਰ ਨਾ ਵੜ ਜਾਈਂ। ਤਾਂ ਇਹ ਸਿਧਾਂਤ ਦਿੱਤਾ ਵੀ ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ। ਜਿਸ ਮਾਰਗ ਤੇ ਅੱਜ ਤੂੰ ਚੱਲ ਪਿਆ, ਜਿਸ ਸਿੱਖੀ ਦੇ ਸਕੂਲ ਵਿੱਚ ਤੂੰ ਦਾਖਲਾ ਲੈ ਲਿਆ, ਤਾਂ ਕਰਕੇ ਪੁਰਾਤਨ ਸਮਿਆਂ ਦੇ ਅੰਦਰ ਜੇ ਮਾਂ ਦੇ ਦੋ ਪੁੱਤ ਹੁੰਦੇ, ਇੱਕ ਪੁੱਤ ਅੰਮ੍ਰਿਤ ਛਕ ਲੈਂਦਾ ਗੁਰੂ ਵਾਲਾ ਬਣ ਜਾਂਦਾ, ਤੇ ਉਸ ਮਾਂ ਨੂੰ ਪੁੱਛਿਆ ਜਾਂਦਾ ਤੇਰੇ ਕਿੰਨੇ ਪੁੱਤਰ ਨੇ, ਤੇ ਮਾਂ ਕਹਿੰਦੀ ਮੇਰਾ ਇੱਕ ਪੁੱਤਰ ਹੈ। ਤੇ ਉਹ ਕਹਿੰਦੇ ਘਰ ਤੇ ਤੇਰੇ ਦੋ ਵੇਖੀਦੇ ਆ, ਤੇ ਮਾਂ ਕਹਿੰਦੀ ਇੱਕ ਨੇ ਅੰਮ੍ਰਿਤਪਾਨ ਕਰ ਲਿਆ ਗੁਰੂ ਵਾਲਾ ਬਣ ਗਿਆ, ਉਹ ਤੇ ਅੱਜ ਵੀ ਹੋ ਸਕਦਾ ਸ਼ਹੀਦੀ ਦਾ ਜਾਮ ਪੀਜੇ ਤੇ ਕੱਲ ਨੂੰ ਵੀ ਸ਼ਹੀਦੀ ਦਾ ਜਾਮ ਪੀਜੇ। ਇਸ ਕਰਕੇ ਮੈਂ ਇੱਕੋ ਪੁੱਤਰ ਨੂੰ ਮੰਨਦੀ ਆ, ਇੱਕ ਪੁੱਤਰ ਤੇ ਮੈਂ ਕੌਮ ਦੇ ਲੇਖੇ ਲਾ ਦਿੱਤਾ। ਪਰ ਅੱਜ ਕਿੱਥੇ ਜਿਗਰਾ? ਉਸ ਪੁਰਾਤਨ ਸਮਿਆਂ ਦੇ ਅੰਦਰ ਜਿਹੜਾ ਗੁਰੂ ਵਾਲਾ ਬਣ ਜਾਂਦਾ, ਗੁਰੂ ਦਾ ਸਿੱਖ ਬਣ ਜਾਂਦਾ, ਕਿਉਂਕਿ ਸਿੱਖਾਂ ਦੇ ਸਿਰਾਂ ਦੇ ਉਦੋਂ ਮੁੱਲ ਪੈਂਦੇ ਸਨ, ਤੇ ਮਾਂ ਦਾ ਏਡਾ ਜਿਗਰਾ, ਮਾਂ ਕਹਿੰਦੀ ਵੀ ਇੱਕੋ ਪੁੱਤਰ ਆ ਮੇਰਾ, ਇੱਕੋ ਪੁੱਤਰ ਹੈ। ਸਿਰ ਦੇਣ ਵਾਲਿਆਂ ਨੇ ਆਪਣਾ ਆਪਾ ਨਿਸ਼ਾਵਰ ਕਰ ਦਿੱਤਾ। ਸਤਿਗੁਰੂ ਦੀ ਸੇਵਾ ਔਖੀ ਹੈ, ਧਰਮ ਦੀ ਸੇਵਾ, ਕੌਮ ਦੀ ਸੇਵਾ ਕਰਨੀ ਔਖੀ ਹੈ। ਜਿਨ੍ਹਾਂ ਨੇ ਕੀਤੀ ਉਹਨਾਂ ਨੇ ਆਪਣਾ ਆਪਾ ਨਿਸ਼ਾਵਰ ਕੀਤਾ ਗੁਰੂ ਤੋਂ, ਕਿਉਂਕਿ ਉਹਨਾਂ ਨੇ ਕਿਹਾ ਜਿਸ ਪਿਆਰੇ ਸੋਨੇ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨ। ਕਹਿੰਦੇ ਜਿਸ ਪਿਆਰੇ ਨਾਲ ਸਾਡਾ ਪਿਆਰ ਹੈ ਉਹਦੇ ਅੱਗੇ ਹੋ ਕੇ ਮਰਨਾ ਪਸੰਦ ਕਰਦੇ ਆਂ, ਉਹਦੇ ਅੱਗੇ ਹੋ ਕੇ ਮਰਨਾ ਪਸੰਦ ਕਰਦੇ ਆਂ। ਤੇ ਜੇ ਉਹਦੇ ਤੋਂ ਬਿਨਾ ਮਰੀਏ ਤੇ ਕਹਿੰਦੇ ਤ੍ਰਿਗ ਜੀਵਨ ਸੰਸਾਰ, ਸਾਡਾ ਇੱਥੇ ਸੰਸਾਰ ਦੀ ਧਰਤੀ ਤੇ ਜਿਉਣਾ ਤੇ ਫਿਰ ਫਟਕਾਰਯੋਗ ਹੈ, ਲਾਹਨਤ ਹੈ ਸਾਡੇ ਜੀਵਨ ਤੇ। ਜੇ ਅਸੀਂ ਗੁਰੂ ਤੋਂ ਲਾਂਭੇ ਹੋ ਕੇ ਜੀਵਨ ਬਤੀਤ ਕਰੀਏ ਜਾਂ ਗੁਰੂ ਨੂੰ ਕੰਡ ਦੇ ਜਾਈਏ ਸਮਾਂ ਪੈਣ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਦੇ ਸਿੱਖਾਂ ਨੂੰ ਕਿਉਂ ਸ਼ਹੀਦ ਕੀਤਾ ਜਾਂਦਾ? ਕਿਉਂਕਿ ਉਹ ਸਿੱਖ ਕਹਿੰਦੇ ਸਤਿਗੁਰੂ ਅਸੀਂ ਆਪ ਜੀ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਣਾ ਚਾਹੁੰਦੇ ਹਾਂ। ਦੂਸਰੀ ਗੱਲ ਉਹ ਮੁਗਲਾਂ ਨੂੰ ਕਹਿੰਦੇ ਕਿ ਸਾਡੇ ਗੁਰੂ ਤੇ ਤੱਕ ਪਹੁੰਚਣ ਤੋਂ ਪਹਿਲਾਂ
ਸਾਡੀਆਂ ਲਾਸ਼ਾਂ ਤੋਂ ਗੁਜ਼ਰਨਾ ਪਵੇਗਾ। ਤੇ ਮੁਗਲ ਕਹਿੰਦੇ ਪਹਿਲਾਂ ਤੁਹਾਨੂੰ ਵੇਖ ਲੈਨੇ ਆ, ਬਾਅਦ ਵਿੱਚ ਤੁਹਾਡੇ ਗੁਰੂ ਤੱਕ ਪਹੁੰਚ ਜਾਵਾਂਗੇ, ਨਾਲੇ ਵੇਖ ਲਾਂਗੇ ਵੀ ਤੁਹਾਡਾ ਗੁਰੂ ਕਿ ਡਾਕੂ ਵਲੀ ਹੈ। ਉਹਨਾਂ ਨੂੰ ਇਹ ਸੀ ਕਰੜੀਆਂ ਔਖੀਆਂ ਸਜ਼ਾਵਾਂ ਦੇਵਾਂਗੇ ਤੇ ਸ਼ਾਇਦ ਇਹ ਡੋਲ ਜਾਣਗੇ, ਗੁਰੂ ਡੋਲ ਜਾਏਗਾ। ਇਸ ਲਈ ਅੱਜ ਤੱਕ ਦੇ ਇਤਿਹਾਸ 'ਚ ਨਹੀਂ ਸੀ ਹੋਇਆ ਕਿ ਕਿਸੇ ਬੰਦੇ ਨੂੰ ਆਰੇ ਦੇ ਥੱਲੇ ਰੱਖ ਕੇ ਚੀਰ ਦਿੱਤਾ ਗਿਆ, ਪਰ ਪਹਿਲੀ ਵਾਰ ਹੋਇਆ ਕਿ 1675 ਈਸਵੀ ਨੂੰ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਦੋ ਫੜ ਕਰ ਦਿੱਤਾ ਗਿਆ। ਪਰ ਉਹ ਸਿੱਖੀ ਸਿਦਕ ਨਿਭਾਉਣ ਵਾਲੇ ਦੀ ਗੱਲ ਕੀ ਸੀ? ਪੁੱਛਿਆ ਅੰਤਮ ਇੱਛਾ ਕਿਦਾ? ਅੰਤਮ ਇੱਛਾ ਹੈ ਕਿ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਮੁਖ ਮੇਰੇ ਵੱਲ ਹੋਵੇ ਜਦੋਂ ਮੈਂ ਆਪਣੇ ਸਿਰ ਤੇ ਆਰਾ ਚਲਵਾ ਰਿਹਾ। ਮੁਖ ਮੇਰੇ ਵੇਖੋ, ਇਹ ਹੈ ਪਿਆਰ। ਜਿਸ ਪਿਆਰੇ ਸੁਨੇ ਤੇ ਸਾਗਾ ਮਰ ਚਲੀ ਹੈ। ਤਾਂ ਕਿਆ ਸਤਿਗੁਰੂ ਕੀ ਸੇਵਾ ਗਾਖੜੀ ਗਾਖੜੀ ਕਹਿੰਦੇ ਔਖੀ ਨੂੰ ਬੜੀ ਔਖੀ ਹੈ ਸੇਵਾ ਕਰਨੀ। ਹੁਣ ਸੇਵਾ ਹੀ ਕਰਦੇ ਸਨ ਭਾਈ ਮਤੀ ਦਾਸ ਜੀ ਉਸ ਜਗ੍ਹਾ ਤੇ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਸੇਵਾ ਕਰਨ ਵਾਲੇ ਸਿੱਖ ਸਨ ਤੇ ਆਏ ਵੀ ਇਸੇ ਕਰਕੇ ਸਨ ਗੁਰੂ ਘਰ ਦੇ ਅੰਦਰ ਕਿ ਅਸੀਂ ਸੇਵਾ ਕਰਾਂਗੇ, ਨਾਮ ਜਪਾਂਗੇ। ਪਰ ਨਹੀਂ ਸੀ ਪਤਾ ਕਿ ਸਤਿਗੁਰਾਂ ਨੇ ਏਡਾ ਵੱਡਾ ਰੁਤਬਾ ਸਾਨੂੰ ਬਖਸ਼ ਦੇਣਾ ਕਿ ਜਦੋਂ ਤੱਕ ਸਿੱਖ ਕੌਮ ਰਹੇਗੀ ਉਦੋਂ ਤੱਕ ਸਾਡਾ ਇਤਿਹਾਸ ਪੜ੍ਹਿਆ ਜਾਵੇਗਾ, ਉਦੋਂ ਤੱਕ ਸਾਨੂੰ ਯਾਦ ਕੀਤਾ ਜਾਵੇਗਾ, ਬਾਅਦ ਵਿੱਚ ਵੀ ਲੋਕ ਯਾਦ ਕਰਨਗੇ। ਇਸ ਕਰਕੇ ਇਹ ਸੇਵਾ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਉਹਨਾਂ ਤੋਂ ਲਈ ਹੈ, ਆਪ ਲਈ ਸਤਿਗੁਰਾਂ ਨੇ ਸੇਵਾ। ਤੇ ਭਾਈ ਮਤੀ ਦਾਸ ਆਪਣੇ ਸਿਰ ਤੇ ਆਰਾ ਚਲਵਾਉਂਦਾ ਹੈ ਤੇ ਕਹਿੰਦਾ ਮੇਰੇ ਸਤਿਗੁਰੂ ਦਾ ਮੁਖ ਮੇਰੇ ਵੱਲ ਹੋਵੇ। ਦੂਸਰੇ ਸਿੱਖ ਦੀ ਵਾਰੀ ਆਉਂਦੀ ਹੈ, ਕਿਉਂਕਿ ਬੜੀ ਔਖੀ ਹੈ ਸੇਵਾ, ਆਪਣਾ ਆਪਾਂ ਨਿਸ਼ਾਵਰ ਕਰਨਾ ਪੈਂਦਾ ਹੈ, ਆਪਣਾ ਸਭ ਕੁਝ ਵਾਰਨਾ ਪੈਂਦਾ ਗੁਰੂ ਤੋਂ। ਅਸੀਂ 4 ਭਾਂਡੇ ਮਾਂਜ ਕੇ 4 ਦਿਨ ਬੌਕਰ ਫੇਰ ਕੇ ਝਾੜੂ ਫੇਰ ਕੇ ਕਹਿੰਦੇ ਆ ਬੜੇ ਵੱਡੇ ਸੇਵਕ ਆ। ਪਰ ਜੇ ਕਦੀ ਸੇਵਾ ਵੇਖਣੀ ਹੈ ਤੇ ਭਾਈ ਮਤੀ ਦਾਸ ਦੀ ਵੇਖਿਓ, ਜੇ ਸੇਵਾ ਵੇਖਣੀ ਹੈ ਤੇ ਭਾਈ ਦਿਆਲੇ ਦੀ ਵੇਖਿਓ, ਜੇ ਸੇਵਾ ਵੇਖਣੀ ਹੈ ਤੇ ਭਾਈ ਸਤੀ ਦਾਸ ਦੀ ਵੇਖਿਓ, ਜੇ ਸੇਵਾ ਵੇਖਣੀ ਹੈ ਤੇ ਭਾਈ ਤਾਰੂ ਸਿੰਘ ਦੀ ਵੇਖ ਲਿਓ, ਜੇ ਸੇਵਾ ਵੇਖਣੀ ਹੈ ਤੇ ਭਾਈ ਸ਼ਬਾਸ਼ ਸਿੰਘ ਹੁਰਾਂ ਦੀ ਵੇਖ ਲਿਓ, ਜੇ ਸੇਵਾ ਵੇਖਣੀ ਹੈ ਤੇ ਭਾਈ ਮਣੀ ਸਿੰਘ ਦੀ ਵੇਖਿਓ। ਜੇ ਸੇਵਾ ਵੇਖਣੀ ਉਹਨਾਂ ਕੀਤੀ ਹੈ ਪ੍ਰੋਪਰ ਤੌਰ ਤੇ ਸੇਵਾ ਗੁਰੂ ਦੀ। ਕਾਦੇ ਲਈ? ਆਪਣਾ ਆਪਾਂ ਨਿਸ਼ਾਵਰ ਕਰਕੇ ਸੇਵਾ ਵੇਖਣੀ ਹੈ। ਤੇ ਮੋਤੀ ਰਾਮ ਮਹਿਰੇ ਦੀ ਵੇਖ ਲਓ, ਜਿਹਨੇ ਕੋਲੂ ਚ ਆਪਣਾ ਪਰਿਵਾਰ ਜਿਹੜਾ ਸੀ ਪਰਿਵਾਰ ਆ, ਕੋਲੂ ਵਿੱਚ ਪਰਿਵਾਰ ਪੀੜਿਆ ਗਿਆ ਉਹਦਾ। ਇਹ ਹੈ ਸੇਵਾ, ਔਖੀ ਹੈ ਸੇਵਾ, ਪਤਾ ਹੈ ਜਰਵਾਣੇ ਮਾਰ ਦੇਣਗੇ, ਕੁਝ ਵੀ ਕਰਨਗੇ, ਪਰ ਛੋਟੇ ਲਾਲਾਂ ਤਾਈ ਦੁੱਧ ਪਿਆਣ ਦੀ ਸੇਵਾ ਕੀਤੀ। ਔਖੇ ਸਮੇਂ ਵਿੱਚ ਤੇ ਮਾਫ ਕਰਨਾ, ਅਸੀਂ ਗੁਰੂ ਦਾ ਸਾਥ ਛੱਡ ਕੇ ਬਦਾਵਾ ਲਿਖ ਕੇ ਭੱਜ ਜਾਂਦੇ ਆ ਔਖੇ ਸਮੇਂ ਚ। ਵੀ ਅੱਜ ਕੌਮ ਨੂੰ ਲੋੜ ਪੈ ਗਈ, ਅੱਜ ਸਿੱਖ ਕੌਮ ਨੂੰ ਲੋੜ ਹੈ, ਤੇ ਅਸੀਂ ਉਸੇ ਵੇਲੇ ਆਪਣੇ ਪੁੱਤ ਲਕਾ ਲੈਨੇ ਆ, ਬੰਦ ਕਰ ਦਿੰਨੇ ਆ ਘਰਾਂ ਚ। ਨਹੀਂ ਆ ਸਪਿਰਟ, ਅੱਜ ਨਹੀਂ ਆ ਜੋਸ਼ ਉਹ ਸਾਡੇ ਚ। ਇਹ ਸੇਵਾ ਕਰਨ ਦੀ ਭਾਵਨਾ ਨਹੀਂ ਹੈ ਸਾਡੇ ਚ ਅੱਜ, ਵੀ ਆਪਣਾ ਸਿਰ ਵੀ ਚਲਾ ਜਾਵੇ ਤਾਂ ਕੋਈ ਗੱਲ ਨਹੀਂ। ਕਿਉਂਕਿ ਉਦੋਂ ਸਿੱਖ ਦਾ ਇਹ ਬੋਲ ਬਾਲਾ ਸੀ ਸਿੱਖਾਂ ਦਾ ਕਿ ਮੇਰਾ ਸਿਰ ਜਾਵੇ ਤਾਂ ਜਾਵੇ, ਸਿੱਖੀ ਸਿਦਕ ਨਾ ਜਾਵੇ। ਅੱਜ ਕਿੰਨਿਆਂ ਸਿੱਖੀ ਸਿਦਕ ਜਾਵੇ ਤਾਂ ਜਾਵੇ, ਪਰ ਮੇਰਾ ਸਿਰ ਨਾ ਜਾਵੇ। ਮੈਂ ਬਚ ਜਾ, ਮੈਂ ਪਰਿਵਾਰ ਪਾਲਾਂ, ਮੈਂ ਪਰਿਵਾਰ ਨਾਲ ਸਾਂਝ ਰੱਖ ਸਕਾਂ, ਮੇਰੇ ਸਿਰ ਨੂੰ ਕੁਝ ਨਾ ਹੋਵੇ, ਸਿਰ ਸਲਾਮਤ ਰਵੇ। ਤੇ ਮੇਰਾ ਬਾਪੂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਕਹਿੰਦਾ ਫਿਰ ਲਾਹਨਤ ਹੈ ਤੇਰੇ ਸਿਰ ਤੇ। ਗੁਰੂ ਅੰਗਦ ਦੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਸਿਰ ਆਪਣੇ ਖਸਮ ਅੱਗੇ ਝੁਕਦਾ ਨਹੀਂ, ਜਿਹੜਾ ਆਪਣੇ ਖਸਮ ਦੇ ਅੱਗੇ ਸਿਰ ਨਹੀਂ ਝੁਕਦਾ, ਐਸੇ ਸਿਰ ਦਾ ਵੀ ਕੀ ਕਰਨਾ, ਇਹਨੂੰ ਤੇ ਵੱਢ ਦੇ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜਾ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਖਾ ਨਹੀਂ,
ਸੋ ਪਿੰਜਰ ਲੈ ਜਾਰ। ਸਾਹਿਬ ਕਹਿੰਦੇ ਬਾਕੀ ਬਚਿਆ ਆ ਢਾਂਚਾ ਸਰੀਰ, ਤੇ ਸਤਿਗੁਰੂ ਜੀ ਕਹਿੰਦੇ ਆ ਪਿੰਜਰ ਵੀ ਸਾੜ ਦੇ, ਇਹਦਾ ਵੀ ਕੀ ਕਰਨਾ ਜਿਹਦੇ ਅੰਦਰ ਗੁਰੂ ਦੀ ਪ੍ਰੀਤ ਹੀ ਕੋਈ ਨਹੀਂ, ਜਿਹਦੇ ਅੰਦਰ ਗੁਰੂ ਦਾ ਪਿਆਰ ਕੋਈ ਨਹੀਂ। ਉਸ ਪਿੰਜਰ ਦਾ ਵੀ ਕੀ ਕਰਨਾ ਜਿਹੜਾ ਸਿਰ ਗੁਰੂ ਅੱਗੇ ਝੁਕਦਾ ਕੋਈ ਨਹੀਂ। ਸਾਹਿਬ ਕਹਿੰਦੇ ਉਸ ਸਿਰ ਦਾ ਵੀ ਕੀ ਕਰਨਾ ਹੈ, ਉਸ ਸਿਰ ਨੂੰ ਵੀ ਵੱਢ ਦੇ, ਉਸ ਸਿਰ ਨੂੰ ਵੀ ਵੱਢ ਦੇ। ਕਿਉਂਕਿ ਸਭ ਤੋਂ ਇੰਪੋਰਟੈਂਟ ਚੀਜ਼ ਜੇ ਆਪਾਂ ਮੰਨੀਏ ਸਾਡੀ ਬਾਡੀ ਦੀ, ਆਪਾਂ ਕਹਿੰਦੇ ਆ ਸਿਰ, ਸਿਰ ਹੀ ਹੈ ਨਾ। ਸਿਰ ਝੁਕਣ ਵਾਲਾ, ਝੁਕਾਉਣ ਵਾਲੇ ਦੋ ਤਰ੍ਹਾਂ ਦੇ ਹੋ ਸਕਦਾ, ਇੱਕ ਗੁਲਾਮ ਹੋ ਸਕਦਾ ਹੈ ਤੇ ਇੱਕ ਭਾਵਨਾ ਵਿੱਚ ਦਾਸ ਹੋ ਸਕਦਾ, ਸੇਵਕ ਹੋ ਸਕਦਾ, ਸਿੱਖ ਹੋ ਸਕਦਾ, ਗੁਰਮੁਖ ਹੋ ਸਕਦਾ। ਗੁਲਾਮ ਵੀ ਸਿਰ ਝੁਕਾਉਂਦਾ ਹੈ, ਜੇ ਗੁਲਾਮ ਸਿਰ ਨਹੀਂ ਝੁਕਾਵੇਗਾ ਤੇ ਵੱਢ ਦਿੱਤਾ ਜਾਏਗਾ। ਅਪਰਾਧੀ ਵੀ ਸਿਰ ਝੁਕਾਉਂਦਾ ਹੈ, ਕਿਉਂਕਿ ਅਪਰਾਧੀ ਦੂਣਾ ਨਿਭੈ ਜੋ ਹੰਤਾ ਮਰਗਾ, ਉਹਦਾ ਨਿਭਣਾ ਕੁਝ ਹੋਰ ਤਰ੍ਹਾਂ ਦਾ, ਗੁਲਾਮ ਦਾ ਨਿਭਣਾ ਕੁਝ ਹੋਰ ਤਰ੍ਹਾਂ ਦਾ ਹੈ। ਪਰ ਇੱਕ ਸਿੱਖ ਦਾ ਨਿਭਣਾ, ਇੱਕ ਸੇਵਕ ਦਾ ਨਿਭਣਾ ਇੱਕ ਹੋਰ ਤਰ੍ਹਾਂ ਦਾ ਹੈ। ਫਰਕ ਹੈ, ਨਿਭਣ ਚ ਵੀ ਫਰਕ ਹੈ, ਸਿਰ ਨਿਭਾਉਣ ਵਿੱਚ ਵੀ ਫਰਕ ਹੈ। ਇੱਕ ਗੁਲਾਮ ਬਣ ਕੇ ਸਿਰ ਨਿਭਾ ਰਿਹਾ, ਕਿਉਂ? ਕਿਉਂਕਿ ਉਹਦੇ ਅਧੀਨ ਹੈ। ਇੱਥੇ ਸਤਿਗੁਰਾਂ ਨੇ ਗੁਲਾਮੀ ਨਹੀਂ ਦਿੱਤੀ ਵੀ ਤੈਨੂੰ ਗੁਲਾਮੀ ਕਾ, ਜੇ ਨਹੀਂ ਸਿਰ ਝੁਕਾਵੇਂਗਾ ਤੇਰਾ ਸਿਰ ਵੱਢ ਦਿੱਤਾ ਜਾਏਗਾ ਨਾ। ਸਤਿਗੁਰੂ ਜੀ ਕਹਿੰਦੇ ਤੇਰੇ ਚ ਭਾਵਨਾ ਜਦੋਂ ਬਣੇਗੀ ਉਦੋਂ ਝੁਕਾਈ, ਭਾਵਨਾ ਬਣਦੀ। ਪਰ ਗੱਲ ਇਹ ਆ ਵੀ ਜੇ ਇਸ ਦਰ ਤੇ ਝੁਕ ਗਿਆ ਫਿਰ ਜਗ੍ਹਾ ਜਗ੍ਹਾ ਤੇ ਝੁਕਾਉਂਦਾ ਨਾ ਫਿਰੀ, ਫਿਰ ਤੇ ਨਰਾਦਰ ਕਰਦਾ ਤੂੰ ਆਪਣੇ ਗੁਰੂ ਦਾ। ਇੱਥੇ ਵੀ ਟੇਕ ਲਾ ਮੱਥਾ, ਉੱਥੇ ਵੀ ਟੇਕ ਲਾ, ਉੱਥੇ ਵੀ ਟੇਕ ਲਾ, ਸਿਰ ਤੇ ਨਾ ਹੋਇਆ ਫਿਰ। ਉਹ ਦੀਪ ਕਹਿੰਦਾ ਨਾ, ਜੋ ਜਗ੍ਹਾ ਜਗ੍ਹਾ ਪਰ ਝੁਕ ਜਾਏ ਉਸੇ ਸਰ ਨਹੀਂ ਕਹਤੇ। ਉਹਨੂੰ ਸਿਰ ਥੋੜਾ ਕਿਹਾ ਜਾਂਦਾ, ਉਹ ਤੇ ਬੌਲੀ ਸਮਝੋ, ਖਿੱਦੂ ਸਮਝੋ। ਇਧਰੋਂ ਮਾਰਿਆ ਸ਼ਾਟ ਤੇ ਉਧਰ, ਉਧਰੋਂ ਮਾਰਿਆ ਸ਼ਾਟ ਤੇ ਉਧਰ। ਇਸ ਕਰਕੇ ਸਿਰ ਦੀ ਇੰਪੋਰਟੈਂਸ ਹੈ, ਇਸ ਕਰਕੇ ਕਿ ਸਿਰ ਆਪਣੇ ਮਾਲਕ ਅੱਗੇ ਝੁਕੇ, ਆਪਣੇ ਸਾਹਿਬ ਅੱਗੇ ਝੁਕੇ। ਔਰ ਇਹ ਕੋਈ ਗੁਲਾਮੀ ਦੀ ਨਿਸ਼ਾਨੀ ਨਹੀਂ, ਇਹ ਪਿਆਰ ਦੀ ਨਿਸ਼ਾਨੀ ਹੈ। ਪਿਆਰ ਵਿੱਚ ਝੁਕ ਰਿਹਾ ਹੈ ਸਿਰ, ਪਿਆਰ ਦੇ ਵਿੱਚ ਹੀ ਸਿਰ ਝੁਕਾਇਆ ਜਾ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਔਖੀ ਸੇਵਾ ਹੈ, ਕਹਿੰਦੇ ਸੀਸ ਵਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਇਹ ਔਖੀ ਸੇਵਾ ਹੈ ਕਿ ਆਪਣਾ ਸਿਰ ਵੱਢ ਕੇ ਦੇਣਾ ਪੈਂਦਾ ਹੈ, ਹੰਕਾਰ ਰੂਪੀ ਸਿਰ ਵੱਢ ਕੇ ਦੇਣਾ ਪੈਂਦਾ। ਬਿਨ ਸਿਰ ਸੇਵ ਕਰੀਜੈ, ਬਿਨਾ ਹੰਕਾਰ ਤੋਂ ਕਰਤਾਰ ਦੀ ਸੇਵਾ ਕਰਨੀ ਪੈਂਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਸਿਰ ਦੀਜਾ ਕਾਨ ਨਾ ਕੀਜੈ। ਜਦੋਂ ਕਿਤੇ ਸਿਰ ਦੇਣ ਦੀ ਵਾਰੀ ਆਈ ਉਦੋਂ ਕਿਤੇ ਕਾਨ ਨਾ ਕਰੀ, ਆਨੇ ਬਹਾਨੇ ਨਾ ਲਾਈ ਕਿ ਅੱਜ ਮੇਰੇ ਕੋਲ ਸਮਾਂ ਨਹੀਂ ਹੈ, ਅੱਜ ਮੇਰੇ ਕੋਲ ਟਾਈਮ ਨਹੀਂ ਹੈ, ਅੱਜ ਨਹੀਂ ਮੈਂ ਆ ਸਕਦਾ। ਸਿਰ ਦੇਣ ਵਾਲੇ ਤੇ ਅੱਗੇ ਹੋ ਕੇ ਖਲੋਂਦੇ ਆ। ਭਾਈ ਡੱਲਾ ਰਫਲ ਲੈ ਕੇ ਆਉਂਦਾ ਹੈ ਨਾ, ਮਾਫ ਕਰਨਾ, ਇੱਕ ਸਿੱਖ ਰਫਲ ਲੈ ਕੇ ਆਉਂਦਾ ਹੈ। ਜਦੋਂ ਸਿੱਖ ਰਫਲ ਲੈ ਕੇ ਆਉਂਦਾ ਤੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਇਹਦਾ ਨਿਸ਼ਾਨਾ, ਉਹ ਕਹਿੰਦਾ ਇਹਦਾ ਨਿਸ਼ਾਨਾ ਬੜਾ ਪੱਕਾ। ਸਤਿਗੁਰੂ ਜੀ ਕਹਿੰਦੇ ਕਿ ਇਹਦਾ ਨਿਸ਼ਾਨਾ ਫਿਰ ਪਰਖਿਆ ਜਾਵੇ। ਡੱਲਾ ਕਹਿੰਦਾ ਸੀ ਵੀ ਸਤਿਗੁਰੂ ਜਿਹੜੀਆਂ ਜੰਗਾਂ ਹੁੰਦੀਆਂ ਨੇ ਨਾ, ਇਹਨਾਂ ਵਿੱਚੋਂ ਜੇ ਸਫਲਤਾ ਪ੍ਰਾਪਤ ਹੁੰਦੀ ਹੈ ਤੇ ਮੇਰੇ ਕਰਕੇ ਹੁੰਦੀ ਹੈ। ਹੰਕਾਰ ਸੀ, ਆਪਣੀਆਂ ਫੌਜਾਂ ਤੇ ਮਾਣ ਸੀ, ਤਗੜੇ ਜਰਨੈਲ ਸਨ, ਤੇ ਕਹਿੰਦਾ ਜੀ ਮੇਰੇ ਕਰਕੇ ਸਫਲਤਾ ਮਿਲਦੀ ਹੈ। ਤੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਫਿਰ ਡੱਲਿਆ ਅੱਜ ਆ ਰਫਲ ਪਰਖਣੀ ਹੈ, ਤੇ ਲਿਆ ਕੱਢ ਕੇ ਤੇਰਾ ਕੋਈ ਯੋਧਾ ਜਿਹੜਾ ਇਸ ਰਫਲ ਦੇ ਸਾਹਮਣੇ ਆਪਣੀ ਛਾਤੀ ਢਾ ਕੇ ਖਲੋ ਜਾਏ। ਡੱਲੇ ਨੇ ਸਾਰੇ ਜਰਨੈਲਾਂ ਨੂੰ ਪੁੱਛਿਆ ਤੇ ਕੋਈ ਵੀ ਅੱਗੇ ਨਾ ਆਇਆ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਤੂੰ ਇਹਨਾਂ ਦਾ ਜਰਨੈਲ ਹੈ ਤੇ ਤੂੰ ਖਲੋ ਜਾ। ਤੇ ਡੱਲਾ ਵੀ ਹੱਥ ਜੋੜ ਗਿਆ, ਸਤਿਗੁਰੂ ਕੀ ਗੱਲ ਕਰਦੇ ਹੋ, ਕੀ ਗੱਲ ਕਰਦੇ ਹੋ? ਰਫਲ ਹੈ, ਨਿਸ਼ਾਨਾ ਸਿੱਧਾ ਲੱਗੇਗਾ,
मेरी मौत हो जाएगी, डर है, मौत का डर है। पर दसन लगा कि सतगुरु की सेवा करने वाले सिखां दे अंदर मौत का डर नहीं, मौत का डर नहीं। कहते संगत चो आवाज मारी जदों सारे जरनैल ते भाई डल्ले वर्गे जदों पिछे हट गए ना, कलगीधर पातशाह ने संगत तो आवाज मारी ते दो सिख दोवें प्यो पुत्र सन, भाई वीर सिंह ते भाई धीर सिंह रंगरेटे गुरु के बेटे। भाई वीर सिंह भाई धीर सिंह दोवें चल के प्यो पुत्र आए। प्यो कहंदा है मैं कलगीधर पातशाह दे इस रबल का निशाना बनना है, पुत्र कहंदा मैं कलगीधर पातशाह दी रबल का निशाना बन। वेखो चा पता है भी निशाना लगेगा, गोली बजेगी तो मौत हो जाएगी, पता है, पर जज्बा है कादा, जो तो प्रेम खिलन का चाओ सिर तर तली गली मरे आओ। जिन्हां ने यह सबक पढ़िया, जिन्हां ने सबक अंदर वसालिया, वो कहंदे सानू ते डर ही कोई नहीं, खौफ ही कोई नहीं मौत दा। जे गुरु साडी जान मंगदा है ते अपने गुरु तो अपनी जान भी निछावर कर दईए ते थोड़ी है। तां करके चाह विच बड़े चाव ये नहीं है कि बड़े अफसोस नाल भाई वीर सिंह भाई धीर सिंह चल के कलगीधर पातशाह दे कोल आउंदे, बड़े चाह विच आउंदे, कलगियां वालिया साडा सीस परखण दे लई तैयार, तुसीं किरपा करो इस रफल दी परख करो। जिहड़े सामने खलोते सन कलगीधर पातशाह ने निशाना साधिया, दोवीं एक कतार च खलो गए प्यो पुत्र, कहंदे दोवीं अपना आपा वार देवांगे, अज दोवीं एक लाइन च खलो गए। कलगीधर पातशाह ने वो रफल नूं सीधा करके निशाना जदों लाया, जदों फैर कीता ते सतगुरां ने उन्हां दे सिरां दे उत्तों दी निगाह दिता, सिरां दे उत्तों दी निगाह दिता। वेखण वाले पहला हैरान सन कि कलगीधर पातशाह इस रफल नूं परखणगे ते इन्हां दी मौत हो जाएगी। डल्ले वर्गियां दा शरीर कंब गया, डल्ले दे जरनैलां दे पसीने सुट गए, वो कंबदे पए ने ते दूसरे वेख के खराब ने, क्योंकि कलगीधर पातशाह ने बड़े कौतक ऐसे खेडे, परखां कीतियां सिखां दियां ते आ सिख खरे उतरे इस परख विच भी जो तो प्रेम खिलन का चाओ सिर तर तली गली मेरे आओ। इत मार्ग पैर तरीजै सिर दीजै का ना कीजै। इत्थे सिर देन लग्या कन्नी नहीं कतरानी, सिर दिते आ, हाजर है सतगुर। परखो तुसी, असी सामने खलोने आ। जदों एक कौतक वरतिया, सिख संगतां डल्ले वर्गे पुछदे दतार जी तुसी ते गोली चलाई पर उतों दी निगाह दित्ती, तुहाडा निशाना अचूक नहीं हो सकदा। ते कलगीधर पातशाह जी कहंदे डलिया सी ते सिर्फ परखी करनी सी भी कच्चा कौन है ते पक्का कौन है। तू कहंदा दनाली बड़ी पक्की है, रफल निशाना बड़ा पक्का है, ते मैं भी वेखना चाहुंदा सी सिख किहड़ा पक्का है। जिहड़े पक्के सिख सन वो आ खलोते नहीं सामने, नाले संगत की सेवा करते नहीं, बर्तन धोंदे नहीं, झाड़ू मारते नहीं, लंगर वरताउंदे नहीं। तेरे वर्गे जरनैल कंब गए, पसीने छुट गए तेरे जरनैलों दे, वो खलो नहीं सके। इदां दे योधे साडे घर दे अंदर संगत दे अंदर जोड़े झाड़दे आ, इदां दे योधे लंगर वरताउंदे आ, इदां दे योधे जिहड़े आ सेवा करदे आ। दसदे नहीं फिरदे तेरे तरह भी साडे च बड़ा जोर है, साडे च बड़ी ताकत है, नहीं दसदे। इस करके गुरु नूं कदी परखो ना, पर जदों किते गुरु परख करे ते अपना आपा भी निछावर कर दो। जे कदी गुरु परख करे, गुरु परख विच करे उतर जाइए ते साडा आया होया ये जीवन प्रवान हो जाएगा। इसलिए सिर देण वालियां ने अपना आपा ही निछावर नहीं किया, अपने परिवार तक निछावर किया जी। देखो ना बाबा बंदा सिंह बहादुर का छोटा जिहा बच्चा, छोटा जिहा बच्चा, जरबाने तरस नहीं करते। छोटे जे बच्चे का कालजा कढ़ के
ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਉਂਦੇ ਆ, ਪਰ ਸਿਰ ਦੇਣ ਵਾਲਾ ਉੱਥੇ ਡਰ ਨਹੀਂ ਰਿਹਾ। ਸਿਰ ਦੇਣ ਵਾਲਾ ਸ਼ੁਕਰਾਨੇ ਵਿੱਚ ਜੁੜਿਆ ਹੈ ਕਿ ਕਲਗੀਆਂ ਵਾਲਿਆ ਤੂੰ 4 ਵਾਰ ਕੇ ਵੀ ਸ਼ੁਕਰ ਕੀਤਾ ਸੀ। ਮੇਰੇ ਕੋਲ ਇੱਕ ਸੀ ਮੇਰੇ ਕੋਲ, ਪਰ ਮੈਂ ਇੱਕ ਵੀ ਕੌਮ ਦੇ ਲੇਖੇ ਲਾ ਕੇ ਚੱਲਿਆ। ਕਿਰਪਾ ਕਰੀ ਜਿਵੇਂ ਉਹਨਾਂ ਦੀ ਨਿਭੀ ਹੈ, ਇਦਾਂ ਅੱਜ ਮੇਰੇ ਬੱਚੇ ਨੇ ਵੀ ਆਪਣਾ ਸਿਦਕ ਨਿਭਾਇਆ, ਇਹਨੂੰ ਆਪਣੇ ਚਰਨਾਂ 'ਚ ਜਗ੍ਹਾ ਦੇ। ਉਹ ਸ਼ੁਕਰਾਨਾ ਕਰਦਾ ਹੈ। ਇਹ ਗੱਲ ਸਿੱਖੀ ਕਿ ਆਪਣਾ ਆਪਾ ਤੱਕ, ਆਪਣੇ ਬੱਚੇ ਤੱਕ ਵੀ ਨਿਸ਼ਾਵਰ ਕਰਨੇ ਪਏ ਤੇ ਉਹਨਾਂ ਸੀ ਤੱਕ ਨਹੀਂ ਆਖਿਆ। ਸਿੱਖ ਬੀਬੀਆਂ ਦੇ ਸਾਹਮਣੇ ਉਹਨਾਂ ਦੇ ਛੋਟੇ ਛੋਟੇ ਬੱਚੇ ਦੁੱਧ ਚੁੰਗਦੇ ਕੁਛੜਾਂ ਚ ਖੋ ਕੇ ਟੁਕੜੇ ਟੁਕੜੇ ਕਰਕੇ ਉਹਨਾਂ ਦੇ ਹਾਰ ਪਰੋ ਕੇ ਉਹਨਾਂ ਦੇ ਗਲਾਂ ਵਿੱਚ ਪਾ ਦਿੱਤੇ, ਗਲਾਂ ਵਿੱਚ ਪਾਏ। ਪਰ ਮਾਵਾਂ ਨੇ ਸੀ ਤੱਕ ਨਹੀਂ ਆਖੀ। ਪਰਖਣ ਵਾਲਿਆਂ ਪਰਖ ਕੀਤੀ, ਬੱਚੇ ਤਾਂ ਸੁੱਟਦੇ ਤੇ ਥੱਲੇ ਨੇਜਾ ਰੱਖ ਦਿੰਦੇ, ਬੱਚਾ ਉਸ ਨੇਜੇ ਵਿੱਚ ਪਰੋਇਆ ਜਾਂਦਾ। ਮਾਵਾਂ ਦੇ ਸਾਹਮਣੇ ਹੋਇਆ। ਭਾਈ ਮਨੀ ਸਿੰਘ ਦੇ ਘਰੋਂ ਉਹ ਇਹਨਾਂ ਸਿੱਖ ਬੀਬੀਆਂ ਦੇ ਲੀਡਰ ਸਨ, ਜਿਹੜੀਆਂ ਬੀਬੀਆਂ ਤੇ ਜੇਲ੍ਹਾਂ ਵਿੱਚ ਕੈਦ ਸਨ, ਉਹਨਾਂ ਦੇ ਲੀਡਰ ਸਨ ਭਾਈ ਮਨੀ ਸਿੰਘ ਦੇ ਘਰੋਂ। ਇਸ ਕਰਕੇ ਆਪਣਾ ਆਪਾ ਨਿਸ਼ਾਵਰ ਕਰ ਦਿੱਤਾ, ਟੋਟੇ ਟੋਟੇ ਕਰਵਾ ਕੇ ਗਲਾਂ ਝਾੜ ਪਰਵਾਰੇ। ਸਿਰ ਦੇਣ ਵਾਲਿਆਂ ਨੇ ਬੜੀ ਔਖੀ ਸੇਵਾ ਹੈ, ਸਤਿਗੁਰੂ ਦੀ ਸੇਵਾ। ਤੇ 4 ਦਿਨ ਝਾੜੂ ਮਾਰਨ ਵਾਲਾ ਕਹਿੰਦਾ ਮੈਨੂੰ ਪ੍ਰਧਾਨਗੀ ਮਿਲ ਜੇ। 4 ਦਿਨ ਬਰਤਨ ਧੋਣ ਵਾਲਾ ਕਹਿੰਦਾ ਵੀ ਮੇਰੇ ਵਰਗਾ ਤੇ ਸੇਵਾਦਾਰ ਕੋਈ ਨਹੀਂ। 4 ਦਿਨ ਗੁਰੂ ਘਰ ਹੀ ਆ ਜੇ, ਗੁਰੂ ਘਰ ਹੀ ਰੋਜ਼ ਆਉਣ ਲੱਗ ਜੇ, ਤੇ ਉਹ ਕਹਿੰਦਾ ਮੇਰੇ ਵਰਗਾ ਕਿਸੇ ਨਿਤਨੇਮੀ, ਮੇਰੇ ਵਰਗਾ ਬਾਣੀ ਪੜਨ ਵਾਲਾ, ਮੇਰੇ ਵਰਗਾ ਨਾ ਨਾ ਭਲਿਓ। ਬੜੀ ਦੂਰ ਨੇ ਸੇਵਾ ਦੇ ਘਰ, ਬੜੀ ਔਖੀ ਹੈ ਸੇਵਾ। ਤੇ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ, ਫਿਰ ਕਰ ਦੇਣਾ ਵੀ ਜੇ ਸੇਵਾ ਪੁੱਛਣੀ ਹੈ ਨਾ ਵੀ ਸੇਵਾ ਕਿੱਦਾਂ ਦੀ ਔਰ ਕਿਵੇਂ ਕਰੀਏ, ਤੇ ਪੁੱਛੋ ਭਾਈ ਤਾਰੂ ਸਿੰਘ ਤੋਂ ਕਿ ਸੇਵਾ ਕਿਵੇਂ ਕੀਤੀ ਜਾਂਦੀ ਹੈ। ਪੁੱਛੋ ਭਾਈ ਮਤੀ ਦਾਸ ਸਤੀ ਦਾਸ ਦਿਆਲੇ ਤੋਂ ਸੇਵਾ ਕਿਵੇਂ ਹੁੰਦੀ ਹੈ। ਪੁੱਛੋ ਬਾਬਾ ਬੰਦਾ ਸਿੰਘ ਬਹਾਦਰ ਤੋਂ ਸਿੱਖ ਕੌਮ ਦੀ ਸੇਵਾ ਕਿੱਦਾਂ ਹੁੰਦੀ ਹੈ, ਕਿ ਆਪਣੇ ਬੱਚੇ ਦਾ ਕਾਲਜਾ ਕੱਢ ਕੇ ਮੂੰਹ 'ਚ ਪਵਾਉਣਾ ਪੈਂਦਾ, ਇਦਾਂ ਸੇਵਾ ਹੁੰਦੀ ਹੈ। ਤਾਂ ਔਖੀ ਹੈ ਸੇਵਾ। ਭਾਈ ਮਨੀ ਸਿੰਘ ਤੋਂ ਪੁੱਛੋ ਜਿਹੜੇ ਬੰਦ ਕਟਵਾ ਦਿੰਦੇ ਆਪਣਾ। ਭਾਈ ਸ਼ਪੇਕ ਸਿੰਘ ਸ਼ਹਬਾਜ਼ ਸਿੰਘ ਤੋਂ ਪੁੱਛੋ ਜਿਹੜੇ ਚੜਖੜੀਆਂ ਤੇ ਚੜ ਜਾਂਦੇ ਆ, ਜਿਨ੍ਹਾਂ ਦੇ ਖੋਪਰ ਤੱਕ ਉਤਾਰ ਦਿੱਤੇ ਜਾਂਦੇ ਆ। ਇਹ ਹੈ ਸੇਵਾ। ਤਾਂ ਸਤਿਗੁਰਾਂ ਨੇ ਔਖੀ ਸ਼ਬਦ ਵਰਤਿਆ। ਗਾਖੜੀ ਦਾ ਮਤਲਬ ਹੁੰਦਾ ਔਖੀ। ਕੀ ਕਰਨਾ ਪੈਂਦਾ? ਸਭ ਕਹਿੰਦੇ ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਸਿਰ ਦੇ ਕੇ ਆਪਣਾ ਤੇ ਆਪਣਾ ਆਪਾ ਗਵਾਣਾ ਪੈਂਦਾ। ਹੰਕਾਰ ਨਹੀਂ ਉੱਥੇ ਚੱਲਦਾ ਕਿ ਮੇਰੇ ਵਰਗਾ ਸੇਵਾਦਾਰ ਕੋਈ ਨਹੀਂ। ਉੱਥੇ ਤੇ ਆਪਣਾ ਆਪਾ ਕੀ ਸਮਰਪਣ ਕਰ ਦਿੱਤਾ ਵੀ ਸਤਿਗੁਰੂ ਮੇਰਾ ਤੇ ਹੈ ਹੀ ਕੁਝ ਨਹੀਂ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਅਸੀਂ ਮੰਗਤੇ, ਅਸੀਂ ਭਿਖਾਰੀ, ਬਾਦਸ਼ਾਹ ਨੂੰ ਕੀ ਦੇ ਸਕਦੇ ਹਾਂ। ਮੇਰਾ ਮੇਰੇ ਚ ਕੁਝ ਨਹੀਂ, ਤੇਰਾ ਸੀ ਮੈਂ ਤੈਨੂੰ ਸੌਂਪ ਦਿੱਤਾ। ਇਸ ਲਈ ਸਤਿਗੁਰੂ ਜੀ ਕਹਿੰਦੇ ਆ ਸ਼ਬਦ ਮਿਲੈ ਤਾਂ ਹਰ ਮਿਲੈ, ਸੇਵਾ ਪਵੈ ਸਭ ਥਾਂ। ਜਿਨ੍ਹਾਂ ਨੂੰ ਗੁਰੂ ਦਾ ਸ਼ਬਦ ਮਿਲ ਜੇ ਉਹਨਾਂ ਨੂੰ ਕਰੀ ਪ੍ਰਮਾਤਮਾ ਅਕਾਲ ਪੁਰਖ ਕਰਤਾ ਮਿਲ ਜਾਂਦਾ। ਉਹਨਾਂ ਦੀ ਸੇਵਾ ਕਰਤਾਰ ਦੇ ਘਰ 'ਚ ਕਬੂਲ ਹੋ ਜਾਂਦੀ ਹੈ। ਕਬੂਲ ਹੋ ਗਈ ਜੀ। ਅਗਲੇ ਕਹਿੰਦੇ ਬਹੁਤ ਕੁਝ ਦਵਾਂਗੇ ਤੇ ਜੁੱਤੀ ਦੀ ਨੋਕ ਤੇ ਠਕਰਾ ਦਿੱਤਾ, ਸਾਨੂੰ ਤੁਹਾਡੀਆਂ ਦੌਲਤਾਂ ਤੇ ਸ਼ੌਹਰਤਾਂ ਨਹੀਂ ਚਾਹੀਦੀਆਂ। ਇਹ ਤੇ ਮੇਰੇ ਕਲਗੀਆਂ ਵਾਲੇ ਦੇ ਘਰ 'ਚ ਵੀ ਬਹੁਤ ਸਨ, ਸਾਨੂੰ ਇਹਨਾਂ ਦੀ ਲੋੜ ਨਹੀਂ। ਅਸੀਂ ਆਪਣੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣਾ ਪਸੰਦ ਕਰਾਂਗੇ। ਆ ਦੌਲਤ ਦੇ ਛਲਾਵੇ ਸਾਨੂੰ ਨਾ ਦੇਵੋ। ਸਾਡੇ ਗੁਰੂ ਨੇ ਪੜ੍ਹਾਇਆ, ਸਾਨੂੰ ਸਮਝਾਇਆ, ਇਹ ਅਸਲ ਸਿੱਖੀ ਹੈ। ਤੇ ਅੱਜ ਚੰਦ ਪੈਸੇ ਦੇ ਕੇ ਅਗਲਾ ਧਰਮ ਖਰੀਦ ਲੈਂਦਾ।
ਅਗਲਾ ਕਹਿੰਦਾ ਸਾਡੇ ਧਰਮ ਚ ਆਓ, ਤੁਹਾਨੂੰ ਇੰਨੇ ਪੈਸੇ ਦਿੱਤੇ ਜਾਣਗੇ, ਘਰ ਬਣਾ ਕੇ ਦਿੱਤਾ ਜਾਏਗਾ, ਰੋਜ਼ਗਾਰ ਦਿੱਤਾ ਜਾਏਗਾ, ਤੇ ਧੜਾ ਧੜ ਲੋਕੀ ਈਸਾਈ ਬਣਦੇ ਜਾ ਰਹੇ। ਕੀ ਚੰਦ ਪੈਸਿਆਂ ਤੇ ਟਿਕਿਆ ਸੀ ਸਾਡਾ ਧਰਮ? ਸੋਚੋ ਕਿ ਸਾਡਾ ਧਰਮ ਫਿਰ ਪੈਸਿਆਂ ਤੇ ਟਿਕਿਆ ਨਾ, ਪੈਸਿਆਂ ਤੇ ਟਿਕਿਆ ਸੀ। ਜੇ ਪੈਸਿਆਂ ਤੇ ਨਾ ਟਿਕਿਆ ਹੁੰਦਾ ਤੇ ਅਸੀਂ ਆਪਣਾ ਆਪਾ ਨਿਸ਼ਾਵਰ ਕਰ ਜਾਂਦੇ, ਪਰ ਧਰਮ ਨਾ ਛੱਡਦੇ। ਚੰਦ ਰੁਪਈਆਂ ਤੇ ਆਪਣੇ ਧਰਮ ਵੇਚ ਦਿੱਤੇ ਲੋਕਾਂ ਨੇ। ਜਲਾਲਤ ਐਸੀ ਜ਼ਿੰਦਗੀ ਦੇ। ਫਿਰ ਤੁਹਾਡਾ ਅੰਦਰਲਾ ਸਪਿਰਟ, ਤੁਹਾਡਾ ਅੰਦਰਲਾ ਉਹ ਕਿੱਥੇ ਗਿਆ? ਸਭ ਕੁਝ ਨਿਭ ਗਿਆ ਨਾ, ਝੁਕ ਗਏ ਨਾ, ਚਾਰ ਪੈਸਿਆਂ ਕਰਕੇ, ਘਰ ਬਣਾਉਣ ਕਰਕੇ, ਰੋਜ਼ਗਾਰ ਦੇਣ ਕਰਕੇ। ਇਹਦਾ ਮਤਲਬ ਸਿੱਖੀ ਸਿਰਫ ਇਹ ਸੀ ਕਿ ਵੀ ਚਾਰ ਪੈਸੇ ਕਿਤੋਂ ਮਿਲਣਗੇ ਤੇ ਸਿੱਖ ਬਣਾ। ਇੱਥੇ ਉਹ ਵੀ ਸਿੱਖ ਬਣੇ ਜਿਹੜੇ ਘਾਹ ਖੋਦ ਕੇ ਗੁਜ਼ਾਰਾ ਕਰਦੇ ਸਨ। ਘਾਹ ਖੋਦ ਕੇ ਗੁਜ਼ਾਰਾ ਕਰਨ ਵਾਲੇ ਵੀ ਸਿੱਖ ਸਨ, ਪਰ ਉਹਨਾਂ ਨੇ ਕਦੀ ਵੀ ਆਪਣਾ ਧਰਮ ਨਹੀਂ ਛੱਡਿਆ। ਲਾਲ ਚੰਦ ਵਰਗੇ ਹਲਵਾਈ ਕਲਗੀਧਰ ਪਾਤਸ਼ਾਹ ਦੀ ਜੰਗ ਜੁੱਦਾਂ ਵਿੱਚ ਜੰਗ ਕਰਦੇ, ਲੜਦੇ ਆ, ਯੁੱਧ ਕਰਦੇ ਆ। ਇਸ ਸਦਕਾ ਆਪਣੇ ਆਪ ਨੂੰ ਵਿਚਾਰੋ ਕਿ ਸਾਡਾ ਧਰਮ ਕਿੱਥੇ ਖੜਾ, ਅਸੀਂ ਕਿੱਥੇ ਖੜੇ ਆ। ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਸੇਵਾ ਥਾਂ ਪੈਂਦੀ ਕਿ ਕੱਲ ਨੂੰ ਇੱਥੋਂ ਹੀ ਅੱਗੇ ਵਿਚਾਰ ਆਰੰਭ ਕਰ ਲਵਾਂਗੇ। ਬੇਅੰਤ ਪ੍ਰਕਾਰ